ਨਵਾਂ ਨਵਾਂ ਜਦੋਂ ਬੰਦਾ ਓਨਰ ਆਪਰੇਟਰ ਬਣਦਾ ਹੈ ਜਾਂ ਆਪਣਾ ਟਰੱਕ ਪਾਉਂਦਾ ਹੈ, ਕਿਹੜਾ ਐਸਾ ਗੋਰਾ, ਕਿਹੜੀ ਐਸੀ ਗੱਲਬਾਤ ਆ, ਕਿਹੜੇ ਐਸੇ ਕਹਿ ਲਵੋ ਕਿ ਆਰਟ ਨੇ, ਫਨ ਨੇ, ਟੈਕਨੀਕਸ ਨੇ ਜਿਨ੍ਹਾਂ ਦੇ ਨਾਲ ਉਹ ਕਾਮਯਾਬ ਹੋ ਸਕਦਾ ਹੈ ਜਦੋਂ ਉਹ ਆਪ ਓਨਰ ਆਪਰੇਟਰ ਬਣੇ। ਟਰੰਪ ਜੀ ਨੇ ਜਦੋਂ ਟੈਰਿਫ ਲਾਏ, ਪੂਰੇ ਵਰਲਡ ਦੀ ਸਟਾਕ ਮਾਰਕੀਟਾਂ ਹਿਲ ਗਈਆਂ। ਮਤਲਬ ਈਸਟ ਤੋਂ ਲੈ ਕੇ ਵੈਸਟ ਤੋਂ ਲੈ ਕੇ ਹਰ ਪਾਸੇ ਹਲਾ ਹੋ ਗਿਆ। ਇਹਦੀ ਅੰਡਰਸਟੈਂਡਿੰਗ ਹੈ ਕਿ ਇਹ ਮੁਲਕ ਜਿਹੜੇ ਨੇ ਨਾ, ਇਹ ਮੁਲਕ ਦੁਨੀਆ ਚਲਾ ਰਿਹਾ ਹੈ, USA, ਤੇ ਇਹਦਾ ਰਾਈਟ ਆ ਕਿ ਆਪਣੇ ਲੋਕਾਂ ਵਾਸਤੇ ਬੈਟਰ ਅਪਰਚੂਨਿਟੀ, ਜੌਬ ਅਪਰਚੂਨਿਟੀ ਤੇ ਬਿਜ਼ਨਸ ਅਪਰਚੂਨਿਟੀ ਤੇ ਉਹਨਾਂ ਦੀ ਵੈਲਫੇਅਰ ਦੀ ਲੁੱਕ ਆਫਟਰ ਕਰਨਾ। ਮੇਰਾ ਖਿਆਲ ਹੈ ਉਹੀ ਟਰੰਪ ਐਡਮਿਨਿਸਟ੍ਰੇਸ਼ਨ ਕਰਨੀ ਚਾਹ ਰਹੀ ਹੈ। ਟੈਕਨੋਲੋਜੀ ਜ਼ਰੂਰ ਯੂਜ਼ ਕਰੋ, ਟੈਕਨੋਲੋਜੀ ਬਹੁਤ ਇੰਪੋਰਟੈਂਟ। ਟੈਕਨੋਲੋਜੀ ਅੱਜਕੱਲ ਇੰਨੀ ਫ੍ਰੀ ਅਵੇਲੇਬਲ ਆ ਕਿ ਤੁਸੀਂ ਉਹਨੂੰ ਯੂਜ਼ ਕਰਕੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਅੱਗੇ ਲੈਵਲ ਤੇ ਲੈ ਕੇ ਜਾ ਸਕਦੇ ਹੋ। ਜਿਹੜੇ ਕੁਆਲੀਫਾਈਡ ਟਰੱਕ ਨੇ ਉਹਨਾਂ 'ਚ ਕਾਫੀ ਸ਼ਾਰਟੇਜ ਹੋ ਗਈ ਹੈ ਤੇ ਉਹਦੇ ਰਿਪਲੇਸਮੈਂਟ ਕਰਕੇ ਸਾਡੇ ਇੰਟਰਨੈਸ਼ਨਲ ਟਰੱਕ ਜ਼ਿਆਦਾ ਵਿਕਣੇ ਸ਼ੁਰੂ ਹੋ ਗਏ, ਕਿਉਂਕਿ ਉਹਦੇ ਨਾਲ ਅਸੀਂ 골ਡ ਪੈਕੇਜ ਦੇ ਰਹੇ ਹਾਂ, ਸਾਲ ਦੀ ਵਾਰੰਟੀ ਦੇ ਰਹੇ ਹਾਂ, ਨਵੇਂ ਡਰਾਈਵ ਟਾਇਰ ਪਾ ਕੇ ਦੇ ਰਹੇ ਹਾਂ, ਐਨੂਅਲ ਇੰਸਪੈਕਸ਼ਨ ਕਰਕੇ ਦੇ ਰਹੇ ਹਾਂ, ਨਾਲ ਇੱਕ ਮੇਨਟੇਨੈਂਸ ਕਰਕੇ ਦੇ ਰਹੇ ਹਾਂ, 2 ਮੇਨਟੇਨੈਂਸ ਉਹਦੇ ਨਾਲ ਐਡਿਡ ਨੇ। पंजाब रेडियो USA देख रहे सुन रहे सब सत्कारयोग श्रोतियां दी सेवा च मैं मसूद मल्ली आप सब दे रूबरू हाजिर, दोवें हाथ जोड़ के सलाम आदाब और सत श्री अकाल। और मेरे नाल इस गलबात जिहड़ी हफ्तावार ਅਸੀਂ ਤੁਹਾਡੇ ਤੱਕ ਪਹੁੰਚਦੀ ਕਰਨੇ ਆ ਨਾ, ਇਹਦੇ ਚ ਮੌਜੂਦ ਹੁੰਦੇ ਨੇ USA ਟਰੱਕ ਸੇਲਸ ਤੋਂ ਸਈਦ ਸਾਹਿਬ। ਅੱਜ ਵੀ ਸਾਡੇ ਨਾਲ ਮੌਜੂਦ ਨੇ। ਪਹਿਲਾਂ ਤਾਂ ਸਈਦ ਸਾਹਿਬ ਜੀ ਆਇਆਂ ਨੂੰ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ, ਸਲਾਮ ਆਦਾਬ, ਨਮਸਤੇ ਜੀ। ਸਤਿ ਸ਼੍ਰੀ ਅਕਾਲ ਜੀ, ਸਭ ਨੂੰ ਨਮਸਕਾਰ ਤੇ ਬਹੁਤ ਬਹੁਤ ਸਲਾਮ ਅਲੈਕੁਮ ਜੀ। ਬੜੀ ਮਿਹਰਬਾਨੀ ਸ਼ਾਹ ਸਾਹਿਬ। ਅੱਜ ਗੱਲਬਾਤ ਦੀ ਸ਼ੁਰੂਆਤ ਜ਼ਰਾ ਮੈਂ ਇੱਥੋਂ ਕਰਨਾ ਚਾਹਾਂਗਾ। ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੇ ਅਮਰੀਕਾ ਦੀ ਬਿਹਤਰੀ ਲਈ, ਅਮਰੀਕਾ ਦੇ ਭਲੇ ਵਾਸਤੇ ਕਾਫੀ ਕੁਛ ਕਰ ਰਹੇ ਨੇ। ਰੋਜ਼ ਕੋਈ ਨਾ ਕੋਈ ਨਵੀਂ ਖਬਰ ਹੈ ਜਿਹੜੀ ਉਹ ਸੁਣਨ ਨੂੰ ਮਿਲ ਰਹੀ ਹੈ, ਜਿਹਦੇ ਨਾਲ ਉਹਨਾਂ ਦਾ ਮਕਸਦ ਅਮਰੀਕਾ ਦਾ ਸੁਧਾਰ ਹੈ। ਇਹ ਸਭ ਕੁਝ ਹੋਣ ਤੋਂ ਬਾਅਦ ਤੁਸੀਂ ਕੀ ਸਮਝਦੇ ਜੀ ਕਿ ਟਰੱਕਿੰਗ ਬਿਜ਼ਨਸ ਦੇ ਉੱਤੇ ਇਹਦੇ ਅਸਰ ਕਿਹੋ ਜਿਹੇ ਪੈਣਗੇ? ਪੈਣੇ ਸ਼ੁਰੂ ਵੀ ਹੋਏ ਨੇ, ਪੈ ਗਏ ਨੇ ਜਾਂ ਪੈਣੇ ਨੇ? ਇਹ ਤਿੰਨੇ ਹੁਣ ਜਿਹੜੇ ਸਵਾਲ ਨੇ ਜਾਂ ਗੱਲਾਂ ਨੇ, ਇਹਨਾਂ ਦਾ ਆਪਣੀ ਮਹਾਰਤ ਨਾਲ ਜਵਾਬ ਦਿਓ ਅੱਜ ਜ਼ਰਾ। ਉਹ ਜੀ ਕਹਿੰਦੇ ਨੇ ਕਿ ਜਦੋਂ ਤੂਫਾਨ ਆਣਾ ਹੁੰਦਾ ਨਾ, ਉਸ ਤੋਂ ਪਹਿਲਾਂ ਕਾਮ ਆ ਜਾਂਦਾ ਹੈ। ਹਾਂ, ਸਕੂਨ ਆ ਜਾਂਦਾ ਹੈ, ਸਮੁੰਦਰ ਨੂੰ ਸਕੂਨ ਮਿਲ ਜਾਂਦਾ ਹੈ, ਉਹਦੇ ਬਾਅਦ ਤੂਫਾਨ ਆਉਂਦਾ। ਤੇ ਸੇਮ ਥਿੰਗ ਜਿਹੜੇ ਟਰੰਪ ਜੀ ਜਿਹੜੇ ਹੁਣ ਚੀਜ਼ਾਂ ਲਾਈਨ ਅਪ ਕਰ ਰਹੇ ਨੇ ਤੇ ਜਿਹੜੀਆਂ ਐਡਵਾਂਸਮੈਂਟ ਕਰ ਰਹੇ ਨੇ ਤੇ ਉਹਨਾਂ ਦੀ ਪਾਲਿਸੀਆਂ ਜਿਹੜੀਆਂ ਨੇ ਉਹ ਬਹੁਤ ਲੋਕਾਂ ਨੂੰ ਅੰਡਰਸਟੈਂਡ ਨਹੀਂ ਹੋ ਰਹੀਆਂ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਮੈਂ ਇੱਕ ਕੈਨੇਡੀਅਨ ਜਿਹੜੇ ਨੇ ਪੱਤਰਕਾਰ, ਉਹਨਾਂ ਦਾ ਪ੍ਰੋਗਰਾਮ ਦੇਖਦਾ ਸੀ। ਉਹਨਾਂ ਨੇ ਕਿਹਾ ਜੀ ਪਿਛਲੀ ਸਟੇਟਮੈਂਟ ਵੀ ਜਦੋਂ ਪਿਛਲੇ ਟਾਈਮ ਵੀ ਆਇਆ ਸਨ, ਇਹਨਾਂ ਨੇ ਬਹੁਤ ਸਾਰੀ ਡਿਊਟੀਆਂ ਲਾਈਆਂ ਸਨ। ਇੱਕ ਐਗਜ਼ਾਮਪਲ ਡਿਊਟੀ ਲਾਈ, ਕਹਿੰਦੇ ਇਹਨਾਂ ਨੇ ਟੈਰਿਫ ਲਾਏ ਸੀ ਆਲਮੋਸਟ 18%। ਤੇ ਜਿਹੜਾ ਆਵਾਮ ਤੇ ਉਹਦਾ ਜਿਹੜਾ ਪ੍ਰੈਸ਼ਰ ਆਇਆ ਸੀ ਉਹ ਸੀਗਾ ਸਿਰਫ 1.2% ਦਾ। ਉਹ ਕਹਿੰਦੇ ਇਹ ਨਹੀਂ ਹੁੰਦਾ ਜਿੰਨਾ ਤੁਸੀਂ ਟੈਰਿਫ ਲਾਉਂਦੇ ਹੋ ਉਹਨੇ ਦਾ ਉਹਨਾਂ ਟੈਰਿਫ ਜਿਹੜਾ ਹੈ ਉਹ ਜਨਤਾ ਨੂੰ ਚੱਲ ਜਾਣਾ। ਐਗਜ਼ਾਮਪਲ ਦੇ ਰਿਹਾ, 25% ਟੈਰਿਫ ਲਾਇਆ ਸਟੀਲ ਤੇ। ਇਦਾਂ ਨਹੀਂ ਹੋਏਗਾ ਕਿ ਜਿਹੜਾ ਕਾਰਾਂ ਦੀ ਪ੍ਰਾਈਸ ਜਾਂ ਜਿਹੜੀ ਸਟੀਲ ਜਿਹਦੇ ਚ ਯੂਜ਼ ਹੁੰਦੀ ਉਹਦੀ ਪ੍ਰਾਈਸ 25% ਵੱਧ ਜਾਏਗੀ। ਇਦਾਂ ਨਹੀਂ ਹੁੰਦਾ। ਉਹਦਾ ਇੰਪੈਕਟ ਜਿਹੜਾ ਹੁੰਦਾ 25% ਦਾ, ਉਹ ਬਹੁਤ ਸਾਰੀ ਹੋਰ ਚੀਜ਼ਾਂ ਐਬਜ਼ੌਰਬ ਕਰਦੀਆਂ ਨੇ, ਜਿਹਦੇ ਚ ਇਕਨੋਮੀ ਆ, ਜਿਹਦੇ ਚ ਪ੍ਰਾਈਸ ਆ, ਜਿਹਦੇ ਚ ਇਨਫਲੇਸ਼ਨ ਆ, ਜਿਹਦੇ ਚ ਸੈਲਰ ਆ, ਜਿਹਦੇ ਚ ਕੰਜ਼ਿਊਮਰ ਆ, ਜਿਹਦੇ ਚ ਪ੍ਰੋਡਕਸ਼ਨ ਆ। ਤੇ ਉਹ 25% ਦਾ ਜਿਹੜਾ ਇੰਪੈਕਟ ਹੋਏਗਾ ਉਹ ਕੰਜ਼ਿਊਮਰ ਤੇ ਨਾਟ ਮੋਰ ਦੈਨ 3-4% ਹੋਏਗਾ। ਠੀਕ ਹੈ, ਠੀਕ ਹੈ। ਇਹ ਤੇ ਹੋ ਗਿਆ ਜਿਹੜਾ ਲੋਕੀ ਬੈਡ ਨਿਊਜ਼ ਕਰਦੇ ਨੇ, ਆਪਾਂ ਉਹਨਾਂ ਦਾ ਜਵਾਬ ਲੱਭ ਲਿਆ। ਠੀਕ ਹੈ, ਠੀਕ ਹੈ ਜੀ। ਅੱਜ ਬਹੁਤ ਸਾਰੇ ਕਮੈਂਟ ਵੀ ਜੇ ਜਿਹੜੇ ਮੈਂ ਪੁੱਛਣੇ ਨੇ ਅੱਜ ਸਵਾਲ, ਮੈਂ ਕੋਈ ਆਪਣੇ ਕੋਲ ਨਹੀਂ, ਅੱਜ ਕੁਝ ਤੁਹਾਡੇ ਬਾਰੇ ਆਏ ਸਵਾਲ ਨੇ ਜਿਹੜੇ ਉਹ ਵੀ ਮੈਂ ਰੱਖਣੇ। ਕੈਰੀ ਔਨ ਪਲੀਜ਼, ਤੁਸੀਂ ਗੱਲ ਜਾਰੀ ਰੱਖੋ। ਮੈਂ ਕੋਈ ਕੁੜੀਆਂ ਜਦ ਤੁਸੀਂ ਏਜ ਪੁੱਛੋਗੇ ਤਾਂ ਮੈਂ ਦੱਸਾਂਗਾ ਨਹੀਂ। ਨਾ ਸਰ, ਇਹ ਤਾਂ ਤੁਸੀਂ ਬੜਾ ਸੌਖਾ ਦੱਸ ਦੇਣਾ, ਮੈਂ ਉਹ ਸਵਾਲ ਪੁੱਛਾਂਗਾ ਜਿਹੜੇ ਆਏ। ਜੀ ਜੀ। ਉਹ ਕਹਿੰਦੇ ਨਾ ਡਰਾਮੇ 'ਚ ਕਹਿੰਦੇ ਕਿ ਇਦਾਂ ਦੇ ਇਨਵੈਸਟੀਗੇਸ਼ਨ ਕਰਾਂਗਾ, ਪੱਕੀ ਇੱਟਾਂ ਦੇ ਸੇਕ ਦੇ ਦੇ ਕੇ ਤੁਸੀਂ ਇਨਵੈਸਟੀਗੇਸ਼ਨ ਲਾਓਗੇ। ਨਹੀਂ ਏਡੀ ਪੱਕੀ ਵੀ ਨਹੀਂ ਮੈਂ ਕਰਦਾ, ਚਲੋ ਪੋਲੀ ਪੋਲੀ ਕਰ ਲਾਂਗੇ ਜੀ। ਤੇ ਹੁਣ ਉਹਦਾ ਪੋਜ਼ਿਟਿਵ ਸਾਈਡ ਹੁਣ ਦੇਖਦੇ ਆ। ਦੇਖੋ ਇੰਨੇ ਸਾਲਾਂ ਤੋਂ ਜਿਹੜਾ ਅਮਰੀਕਾ ਜਿਹੜਾ ਉਹ ਬਹੁਤ ਸਾਰੇ ਕੰਟਰੀਆਂ ਨੂੰ ਫੀਡ ਕਰ ਰਿਹਾ ਸੀ। ਫੋਰ ਐਗਜ਼ਾਮਪਲ ਮੈਂ ਸਮਝਦਾ ਜਦੋਂ ਮੈਂ ਛੋਟਾ ਸੀਗਾ, ਇੱਧਰ ਫ੍ਰਿਜ ਜਿਹੜਾ 10,000 ਦਾ ਆਉਂਦਾ ਸੀ, ਟੀਵੀ 10,000 ਦਾ ਆਉਂਦਾ ਸੀ। ਹੁਣ ਜਿਹੜਾ ਟੀਵੀ ਫ੍ਰਿਜ 4-4 5-500 ਡਾਲਰ ਦੇ ਲੱਭ ਰੁਲਦੇ ਫਿਰਦੇ ਨੇ। ਉਹਦੀ ਰੀਜ਼ਨ ਕਿ ਬਾਹਰੋਂ ਆਉਂਦੇ ਨੇ, ਉਹਨਾਂ ਦੀ ਕਾਸਟ ਆ ਪ੍ਰੋਡਕਸ਼ਨ ਘੱਟ ਆ, ਉਹਨਾਂ ਦਾ ਚੀਪ ਲੇਬਰ ਆ, ਉਹਨਾਂ ਦਾ ਹੋਰ ਬਹੁਤ ਕੁਝ ਸਸਤਾ ਹੈ। ਤੇ ਜਦੋਂ ਬਲਕ 'ਚ ਆਉਂਦੇ ਨੇ ਤੇ ਸਸਤੇ ਪੈਂਦੇ ਨੇ, ਪਰ ਉਹਦਾ ਕੰਜ਼ਿਊਮਰ ਨੂੰ ਕੋਈ ਬੈਨੀਫਿਟ ਨਹੀਂ ਹੈ। ਜੇ ਤੁਹਾਡੇ ਕੋਲ ਇੱਧਰ ਫੈਕਟਰੀਆਂ ਨਹੀਂ ਚੱਲਣਗੀਆਂ, ਇੱਧਰ ਜੌਬਾਂ ਹੀ ਨਹੀਂ ਹੋਣਗੀਆਂ, ਇੱਧਰ ਅਮਰੀਕਾ 'ਚ ਤੁਹਾਡਾ ਜਿਹੜਾ ਇਨਕਮ ਸੋਰਸ ਹੀ ਨਹੀਂ ਹੋਏਗਾ, ਤੇ ਤੁਸੀਂ ਭਾਵੇਂ ਸਸਤੀ ਤੇ ਮੈਂ ਕਹਿੰਦਾ 10% ਪ੍ਰਾਈਸ ਵੀ ਤੁਹਾਨੂੰ ਮਿਲਦੀ ਹੈ ਤੇ ਐਕਸਪੈਂਸਿਵ ਹੋਏਗੀ। ਬਿਲਕੁਲ ਠੀਕ ਹੈ। ਇਕਨੋਮੀ ਜਿਹੜੀ ਹੈ ਡੈਫੀਨਿਟਲੀ, ਜਦੋਂ ਹੁਣ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ, ਜਦੋਂ ਉਹਨਾਂ ਨੇ ਟਰੰਪ ਜੀ ਨੇ ਜਦੋਂ ਟੈਰਿਫ ਲਾਏ,
ਪੂਰੇ ਵਰਲਡ ਦੀ ਸਟਾਕ ਮਾਰਕੀਟਾਂ ਹਿਲ ਗਈਆਂ। ਲੋਹੇ ਲੱਗੇ ਆ ਜੀ, ਭੁਚਾਲ ਆਇਆ ਪੂਰਾ। ਮਤਲਬ ਈਸਟ ਤੋਂ ਲੈ ਕੇ ਵੈਸਟ ਤੋਂ ਲੈ ਕੇ ਹਰ ਪਾਸੇ ਹਲਾ ਹੋ ਗਈ। ਪਰ ਐਗਰੀ। ਅੱਜ ਸਵੇਰ ਜਦੋਂ ਉਹਨਾਂ ਨੇ ਕਿਹਾ ਜੀ ਹੁਣ ਅਸੀਂ ਚਾਈਨਾ ਨੂੰ ਛੱਡ ਕੇ ਬਾਕੀਆਂ ਨੂੰ ਮਤਲਬ 90 ਡੇਜ਼ ਦਾ ਪਾਜ਼ ਕਰ ਦਾਂਗੇ, ਇੱਕਦਮ ਵਰਲਡ ਦੀ ਮਾਰਕੀਟਾਂ, ਜਿੱਦਾਂ ਰਾਤ ਵੀ ਸੀਗੀ ਉਹਨਾਂ ਦੇ ਰਾਤ ਦੀ ਮਾਰਕੀਟਾਂ ਚੱਕੀ ਗਈਆਂ, ਜਿਨ੍ਹਾਂ ਦਾ ਦਿਨ ਸੀਗਾ ਦਿਨ ਦੀ ਮਾਰਕੀਟਾਂ ਚੱਕਣਗੀਆਂ। ਇਦਾਂ ਹੀ ਇਹਦੀ ਅੰਡਰਸਟੈਂਡਿੰਗ ਹੈ ਕਿ ਇਹ ਮੁਲਕ ਜਿਹੜੇ ਨੇ ਨਾ, ਇਹ ਮੁਲਕ ਦੁਨੀਆ ਚਲਾ ਰਿਹਾ ਹੈ, USA, ਤੇ ਇਹਦਾ ਰਾਈਟ ਆ ਕਿ ਆਪਣੇ ਲੋਕਾਂ ਵਾਸਤੇ ਬੈਟਰ ਅਪਰਚੂਨਿਟੀ, ਜੌਬ ਅਪਰਚੂਨਿਟੀ ਤੇ ਬਿਜ਼ਨਸ ਅਪਰਚੂਨਿਟੀ ਤੇ ਉਹਨਾਂ ਦੀ ਵੈਲਫੇਅਰ ਦੀ ਲੁੱਕ ਆਫਟਰ ਕਰਨਾ। ਮੇਰਾ ਖਿਆਲ ਹੈ ਉਹੀ ਟਰੰਪ ਐਡਮਿਨਿਸਟ੍ਰੇਸ਼ਨ ਕਰਨੀ ਚਾਹ ਰਹੀ ਆ। ਪਰ ਚੰਗੇ ਕੰਮ ਹੋਣ ਤੋਂ ਪਹਿਲਾਂ ਜਿਹੜਾ ਥੋੜਾ ਜਿਹੀ ਕਰੈਕਸ਼ਨ ਹੁੰਦੀ ਹੈ, ਥੋੜਾ ਜਿਹਾ ਹਿਲਚੁਲ ਹੁੰਦਾ, ਉਹ ਹੋ ਰਿਹਾ। ਹੁਣ ਉਹਦੇ ਕਿੰਨਾ ਟਾਈਮ ਲੱਗਦਾ ਸਿੱਧੇ ਹੁੰਦੇ। ਮੇਰਾ ਖਿਆਲ ਹੈ ਜਿਹੜੀ ਮੈਂ ਹੁਣ ਪੜ੍ਹਦਾ ਤੇ ਕ੍ਰਿਟਿਕਸ ਨੂੰ ਦੇਖਦਾ, ਜਿਵੇਂ ਐਗਜ਼ਾਮਪਲ ਦੇ ਰਿਹਾ, ਫਰੇਟ ਵੇਵ ਦਾ ਜਿਹੜਾ ਐਨਾਲਿਟਿਕ ਕਰਦੇ ਨੇ ਉਹਨਾਂ ਦੇ ਸਮਝੋ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਬਿਆਨ ਦਿੱਤਾ ਕਿ 2025 ਚ ਲੋਡਾਂ ਦੀ ਪ੍ਰਾਈਸ ਉੱਤੇ ਜਾਣੀ ਹੈ। ਉਹਨਾਂ ਨੇ ਇਦਾਂ 2024 ਚ ਵੀ ਪ੍ਰੋਡਕਸ਼ਨ ਕੀਤੀ ਸੀ, ਮਤਲਬ ਦੱਸਿਆ ਸੀ, ਜਿਹੜੀ ਚੀਜ਼ਾਂ ਦੱਸੀਆਂ ਸੀ ਉਹਦੇ ਚ ਸਮਝੋ 90% ਹੋਈਆਂ ਪ੍ਰੈਡਿਕਸ਼ਨਸ ਜਿਹੜੀਆਂ ਪੂਰੀਆਂ ਹੋਈਆਂ। ਸੇਮ ਥਿੰਗ ਹੁਣ ਉਹ ਪ੍ਰੋਡਿਕਟ ਕਰ ਰਹੇ ਨੇ ਕਿ 2025 ਚ ਤੁਹਾਡਾ ਰੇਟ ਫਰੇਟ ਦਾ ਉੱਤੇ ਜਾਣਾ। ਉਹਦੇ ਬਾਅਦ ਡਿਮਾਂਡ ਸਪਲਾਈ ਸਿੰਪਲ ਹੈ, ਜੇ ਡਿਮਾਂਡ ਵੱਧ ਜਾਣੀ ਆ, ਸਪਲਾਈ ਨਹੀਂ ਹੋਈ ਤੇ ਡੈਫੀਨਿਟਲੀ, ਤੇ ਉਹਦੇ ਨਾਲ ਜੇ ਤੁਸੀਂ ਦੇਖੋ ਤੇ ਥਿੰਗਸ ਆਰ ਗੋਇੰਗ ਇਨ ਦਾ ਰਾਈਟ ਡਾਇਰੈਕਸ਼ਨ। ਥੋੜਾ ਜਿਹਾ ਟਾਈਮ ਲੱਗੇਗਾ, ਥੋੜਾ ਜਿਹਾ ਤੁਹਾਨੂੰ ਸਬਰ ਕਰਨਾ ਪੈਣਾ। ਇਹ ਜਿਹੜਾ ਬਿਜ਼ਨਸ ਆ ਇਹ ਡੇ ਟੂ ਡੇ ਨਹੀਂ ਹੈਗਾ। ਜਿਹੜਾ ਟਰੱਕਿੰਗ ਦਾ ਬਿਜ਼ਨਸ ਆ, ਤੁਸੀਂ ਇੱਕ ਲੋਡ ਦੇ ਜਿਹੜਾ ਉਹ ਕੈਲਕੂਲੇਟ ਨਹੀਂ ਕਰ ਸਕਦੇ ਆਪਣੀ ਇਨਕਮ। ਵੀਕਲੀ ਦੀ ਬਿਜ਼ਨਸ ਨਹੀਂ ਹੈਗਾ, ਇਹ ਚੱਲਦਾ ਸੀਜ਼ਨ ਤੇ, ਪੂਰਾ ਸਾਲ ਦੇ ਉੱਤੇ। ਤੁਸੀਂ ਸਾਲ ਦੇ ਡਿਵਾਈਡ ਕਰੋਗੇ ਫਿਰ ਦੇਖਣਾ ਤੁਹਾਨੂੰ ਕਿੰਨਾ ਬੈਨੀਫਿਟ ਹੁੰਦਾ ਤੇ ਕਿੰਨਾ ਨੁਕਸਾਨ ਹੁੰਦਾ। ਪਰ ਪ੍ਰੈਡਿਕਸ਼ਨ ਇਹ ਹੈ ਕਿ ਇਹਦੇ ਚ ਬੈਨੀਫਿਟ ਬਹੁਤ ਜ਼ਿਆਦਾ ਨਵੀਂ ਪਾਲਿਸੀਆਂ ਨਾਲ। ਜੀ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਅੱਛਾ ਸਈਦ ਸਾਹਿਬ, ਇੱਕ ਕਮੈਂਟ ਸੀਗਾ, ਮੈਨੂੰ ਹੁਣ ਉਸ ਵੀਰ ਭਰਾ ਦਾ ਨਾਂ ਭੁੱਲ ਗਿਆ ਜਿਨ੍ਹਾਂ ਨੇ ਸਵਾਲ ਪੁੱਛਿਆ ਸੀਗਾ। ਸਵਾਲ ਮੈਨੂੰ ਯਾਦ ਆ, ਉਹਨਾਂ ਨੇ ਆਖਿਆ ਸੀਗਾ ਕਿ ਨਵਾਂ ਜਦੋਂ ਬੰਦਾ ਆਪਣਾ ਓਨਰ ਆਪਰੇਟਰ ਬਣਦਾ ਹੈ ਜਾਂ ਆਪਣਾ ਟਰੱਕ ਪਾਉਂਦਾ ਹੈ, ਕਿਹੜਾ ਐਸਾ ਗੋਰਾ, ਕਿਹੜੀ ਐਸੀ ਗੱਲਬਾਤ ਆ, ਕਿਹੜੇ ਐਸੇ ਕਹਿ ਲਵੋ ਕਿ ਆਰਟ ਨੇ, ਫਨ ਨੇ, ਟੈਕਨੀਕਸ ਨੇ ਜਿਨ੍ਹਾਂ ਦੇ ਨਾਲ ਉਹ ਕਾਮਯਾਬ ਹੋ ਸਕਦਾ ਆ ਜਦੋਂ ਉਹ ਆਪ ਓਨਰ ਆਪਰੇਟਰ ਬਣੇ। ਕੋਈ ਇਸ ਬਾਰੇ ਤੇ ਚਰਚਾ ਕਰੋ। ਦੇਖੋ ਜੀ, ਜਿਵੇਂ ਇੱਕ ਪਲੇਅਰ ਆ ਕੁਸ਼ਤੀ ਦਾ, ਉਹ ਕੁਸ਼ਤੀ ਦਾ ਪਲੇਅਰ ਵਧੀਆ ਹੋ ਸਕਦਾ, ਪਰ ਉਹ ਸੇਮ ਪਲੇਅਰ ਕ੍ਰਿਕਟ ਨਹੀਂ ਖੇਡ ਸਕਦਾ। ਬਿਲਕੁਲ ਠੀਕ ਉਹਦੇ ਹੈ। ਵਾਸਤੇ ਉਹਨੂੰ ਆਪਣੇ ਆਪ ਨੂੰ ਟਿਊਨ ਇਨ ਕਰਨਾ ਪੈਂਦਾ, ਆਪਣੇ ਆਪ ਨੂੰ ਲਰਨ ਕਰਨਾ ਪੈਂਦਾ। ਤੇ ਸੇਮ ਥਿੰਗ ਜੇ ਤੁਸੀਂ ਚੰਗੇ ਡਰਾਈਵਰ ਹੋ, ਜੇ ਤੁਸੀਂ ਲੋਡ ਚੱਕਣ ਨੂੰ, ਲੋਡ ਡਰਾਪ ਕਰਨ ਨੂੰ, ਤੁਸੀਂ ਐਲੀ ਚਲਾਉਣ ਨੂੰ ਤੇ ਬਹੁਤ ਵਧੀਆ ਕੰਮ ਕਰਦੇ ਹੋ, ਇਹਦਾ ਮਕਸਦ ਇਹ ਨਹੀਂ ਹੈ ਕਿ ਤੁਸੀਂ ਚੰਗੇ ਓਨਰ ਆਪਰੇਟਰ ਵੀ ਬਣ ਸਕਦੇ ਹੋ। ਇਹ ਥੋੜੀ ਜਿਹੀ ਗੱਲ ਆ, ਪਰ ਮੈਂ ਸਟ੍ਰੇਟ ਫਾਰਵਰਡ ਇਸ ਵਾਸਤੇ ਕਰ ਰਿਹਾ ਕਿ ਇਹਦੇ ਚ ਬਹੁਤ ਸਾਰੇ ਲੋਕਾਂ ਦੀ ਫੈਮਲੀਆਂ ਜਿਹੜੀਆਂ ਨੇ ਉਹ ਤਬਾਹ ਹੋ ਜਾਂਦੀਆਂ ਨੇ। ਓਏ ਹੋਏ। ਜਦੋਂ ਤੁਸੀਂ ਓਨਰ ਆਪਰੇਟਰ ਬਣਨ ਲੱਗੋ, ਪਹਿਲਾਂ ਸੋਚੋ ਕਿ ਮੈਂ ਹੀ ਰੈਡੀ ਹਾਂ ਓਨਰ ਆਪਰੇਟਰ ਬਣਨ ਵਾਸਤੇ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਜੀ। ਡਰਾਈਵਰ ਹਾਂ, ਕੋਈ ਗੱਲ ਹੋਈ ਮੈਂ ਕੰਪਨੀ ਚੇਂਜ ਕਰਕੇ ਕਿਧਰ ਹੋਰ ਚਲ ਜਾਵਾਂਗਾ, ਠੀਕ ਹੈ। ਓਨਰ ਆਪਰੇਟਰ ਹਾਂ, ਮੈਂ ਆਪਣੀ ਕੰਪਨੀ ਦਾ ਆਪ ਡਰਾਈਵਰ ਆ, ਆਪਣੀ ਕੰਪਨੀ ਦਾ ਆਪ ਓਨਰ ਆ, ਆਪਣੀ ਕੰਪਨੀ ਦਾ ਆਪ ਮੈਂ ਸਮਝੋ ਫਾਈਨੈਂਸ਼ੀਅਲ ਐਗਜ਼ੈਕਟਿਵ ਹੈਗਾ, ਆਪਣੀ ਕੰਪਨੀ, ਸਾਰੀ ਰਿਸਪੌਂਸਿਬਿਲਿਟੀ ਮੇਰੀ ਆ। ਬਿਲਕੁਲ ਠੀਕ ਹੈ। ਉਹ ਕਰਕੇ ਮੈਨੂੰ ਆਪਣੇ ਆਪ ਨੂੰ ਮੈਂਟਲੀ ਤੌਰ ਤੇ ਰੈਡੀ ਕਰਨਾ ਪਏਗਾ ਕਿ ਭਾਈ ਮੈਂ ਇਹ ਰੈਡੀ ਆ ਬਿਜ਼ਨਸ ਕਰਨ ਵਾਸਤੇ, ਤੇ ਮੈਂ ਮੈਂਟਲੀ ਕੁਆਲੀਫਾਈਡ ਆ। ਮੈਨੂੰ ਬਹੁਤ ਸਾਰੇ ਹੋਰ ਪ੍ਰੈਸ਼ਰ ਜਿਹੜੇ ਪਹਿਲਾਂ ਨਹੀਂ ਸੀਗੇ, ਫੋਰ ਐਗਜ਼ਾਮਪਲ ਟੈਕਸ ਕਰਨਾ, ਫੋਰ ਐਗਜ਼ਾਮਪਲ ਕੈਲਕੂਲੇਟ ਕਰਨਾ, ਫੋਰ ਐਗਜ਼ਾਮਪਲ ਇੱਕ ਛੋਟੀ ਜੀ ਗੱਲ ਆ, ਡਰਾਈਵਰ ਦੇ ਓਨਰ ਆਪਰੇਟਰ ਚ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਫਰਕ ਦੱਸਦਾ। ਡਰਾਈਵਰ ਨੂੰ ਕੋਈ ਪਤਾ ਨਹੀਂ ਕਿੰਨੀ ਐਕਸਪੈਂਸ ਆ ਤੇ ਕਿੰਨਾ ਪ੍ਰੋਫਿਟ ਆ, ਉਹਨੂੰ ਆਪਣੇ ਪਰ ਮਾਈਲ ਨਾਲ ਗਰਜ ਹੈ, ਗਰਜ਼ ਹੈ। ਬਿਲਕੁਲ ਠੀਕ ਹੈ। ਜਿਹੜਾ ਓਨਰ ਆਪਰੇਟਰ ਆ ਉਹਨੂੰ ਪਤਾ ਹੋਣਾ ਚਾਹੀਦਾ ਕਿ ਉਹਦਾ ਪਰ ਮਾਈਲ ਦਾ ਐਕਸਪੈਂਸ ਕਿੰਨਾ ਹੈ। ਠੀਕ ਹੈ। ਜੇ ਉਹਨੂੰ ਆਪਣੇ ਪਰ ਮਾਈਲ ਦਾ ਐਕਸਪੈਂਸ ਨਹੀਂ ਪਤਾ ਤੇ ਕੁਡ ਬੀ ਡਿਜ਼ਾਸਟਰ। ਤੁਸੀਂ ਗਲਤ ਲੋਡ ਚੱਕ ਲੋਗੇ, ਤੁਸੀਂ ਗਲਤ ਮਾਰਕੀਟ 'ਚ ਚਲ ਜਾਓਗੇ, ਤੁਸੀਂ ਡੈਡ ਮਾਰਕੀਟ 'ਚ ਚਲ ਜਾਓਗੇ। ਜੇ ਤੁਹਾਨੂੰ ਡੈਡ ਹੈਡ ਕਰਨਾ ਪੈਣਾ ਤੇ ਉਹਦੇ 'ਚ ਬਹੁਤ ਜ਼ਿਆਦਾ ਨੁਕਸਾਨ ਹੋਣਾ, ਤੇ ਤੁਸੀਂ ਬੇਸਿਕਲੀ ਐਂਡ ਆਫ ਦਾ ਮੰਥ ਜਦੋਂ ਆਪਣਾ ਖਰਚੇ ਦੀ ਸਟੇਟਮੈਂਟ ਦੇਖੋਗੇ, ਉਹ ਸਭ ਕੁਝ ਜਿਹੜਾ ਇਦਾਂ ਹੋਏਗਾ ਜਿਹੜਾ ਨੈਗੇਟਿਵ। ਠੀਕ ਹੈ। ਜੇ ਤੁਸੀਂ ਛੋਟੀ ਜਿਹੀ ਕੁਆਲੀਫਿਕੇਸ਼ਨ ਕਰ ਲਓ, ਆਪਣਾ ਪਰ ਮਾਈਲ ਦਾ ਐਕਸਪੈਂਸ ਕੱਢ ਲਓ, ਤੁਸੀਂ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ ਜਾਂ ਤੁਸੀਂ ਹੋਰ ਕਿਸੇ ਟੂਲ ਨੂੰ ਯੂਜ਼ ਕਰ ਲਓ। ਆਪਣਾ ਪਰ ਮਾਈਲ ਦਾ ਐਕਸਪੈਂਸ ਕੱਢ ਲਓ ਕਿ ਭਾਈ ਤੁਹਾਡਾ ਮੰਥਲੀ ਪੇਮੈਂਟ ਕਿੰਨੀ ਆ, ਤੁਹਾਡੀ ਟ੍ਰੇਲਰ ਦੀ ਪੇਮੈਂਟ ਕਿੰਨੀ ਆ, ਤੁਹਾਡਾ ਡੀਜ਼ਲ ਦੀ ਫਿਊਲ ਮਾਈਲੇਜ ਕਿੰਨੀ ਆ,
ਤੁਸੀਂ ਡਰਾਈਵਰ ਨੂੰ ਕਿੰਨਾ ਪੇ ਕਰਨਾ ਹੈ, ਅਜੇ ਆਪ ਓਨਰ ਆਪਰੇਟਰ ਤੋਂ ਆਪਣੇ ਆਪ ਨੂੰ ਕਿੰਨਾ ਪੇ ਕਰਨਾ ਹੈ, ਤੇ ਨਹੀਂ ਆਪਣੇ ਆਪ ਨੂੰ ਪੇ ਨਾ ਕਰੋ ਤੇ ਫ੍ਰੀ ਚ ਕੰਮ ਕਰੀ ਜਾਓ। ਐਂਡ ਆਫ ਦਾ ਡੇ ਮੁਮਕਿਨ ਨਹੀਂ ਵਪਾਰ ਚਾਲੇ ਬਿਜ਼ਨਸ ਨਹੀਂ ਤੁਰਨਾ। ਜੀ ਬਿਲਕੁਲ, ਜੇ ਤੁਸੀਂ ਇਹ ਚੀਜ਼ਾਂ ਕੈਲਕੂਲੇਟ ਕਰ ਲਓ ਤੇ ਐਂਡ ਆਫ ਦਾ ਡੇ ਤੁਹਾਨੂੰ ਬਿਜ਼ਨਸ 'ਚ ਤੁਸੀਂ ਕਦੀ ਮਾਰ ਨਹੀਂ ਖਾਓਗੇ। ਤੇ ਜਿਹੜੀ ਮੇਰੀ ਅਗਲੀ ਚੀਜ਼ ਆ, ਸੈਕੰਡ ਲਾਸਟ, ਟੈਕਨੋਲੋਜੀ ਜ਼ਰੂਰ ਯੂਜ਼ ਕਰੋ। ਟੈਕਨੋਲੋਜੀ ਬਹੁਤ ਇੰਪੋਰਟੈਂਟ ਆ। ਟੈਕਨੋਲੋਜੀ ਅੱਜ ਕੱਲ ਇੰਨੀ ਫ੍ਰੀ ਅਵੇਲੇਬਲ ਆ ਕਿ ਤੁਸੀਂ ਉਹਨੂੰ ਯੂਜ਼ ਕਰਕੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਅੱਗੇ ਲੈਵਲ ਤੇ ਲੈ ਕੇ ਜਾ ਸਕਦੇ ਹੋ। ਫੋਰ ਐਗਜ਼ਾਮਪਲ, ਤੁਸੀਂ ਖਾਲੀ ਜਿਹੜੇ ਡੀਜ਼ਲ ਦੀ ਰਸੀਦਾਂ ਨੇ ਜਾਂ ਮੰਥਲੀ ਐਕਸਪੈਂਸਿਸ ਨੇ, ਜੇ ਤੁਸੀਂ ਉਹ ਐਪ 'ਚ ਪਾ ਲਓ, ਐਂਡ ਆਫ ਦਾ ਡੇ ਤੁਹਾਨੂੰ ਪੂਰਾ ਕੈਲਕੂਲੇਟ ਹੋ ਜਾਣਾ। ਤੁਹਾਨੂੰ ਟੈਨਸ਼ਨ ਨਹੀਂ ਹੋਣੀ ਕਿ ਟੈਕਸ ਫਾਈਲ ਕਰਦੇ ਮੈਨੂੰ ਕਿਹੜਾ ਐਕਸਪੈਂਸ ਪਾਣਾ ਤੇ ਕਿਹੜਾ ਐਕਸਪੈਂਸ ਨਹੀਂ ਪਾਣਾ। ਕੀ ਬਾਤ ਹੈ। ਤੇ ਲਾਸਟ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਆ, ਜਿਹੜੀ ਮੇਰੀ ਅੰਡਰਸਟੈਂਡਿੰਗ ਹੈ, ਤੁਹਾਡੀ ਫੈਮਿਲੀ ਨੂੰ ਵਿੱਚ ਸਿੰਕਰਨਾਈਜ਼ ਹੋਣਾ ਚਾਹੀਦਾ। ਤੁਹਾਨੂੰ ਫੈਮਿਲੀ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਜੇ ਤੁਹਾਡੇ ਬੱਚੇ ਨੇ ਵੱਡੇ ਨੇ, ਜੇ ਤੁਹਾਡੇ ਮਿਸਿਸ ਨੇ, ਜੇ ਤੁਹਾਡੇ ਹਸਬੈਂਡ ਨੇ, ਜੇ ਤੁਹਾਡੇ ਭੈਣ ਭਰਾ ਨੇ, ਉਹਨਾਂ ਨੂੰ ਇਸ ਬਿਜ਼ਨਸ 'ਚ ਇਨਵੋਲਵ ਕਰੋ। ਉਹਨਾਂ ਨੂੰ ਮਤਲਬ 2 ਸਾਲ ਤੇ ਚਲੋ ਡਿਫਿਕਲਟ ਨੇ, 2 ਸਾਲ ਤੁਹਾਨੂੰ ਐਮਸੀਆਂ ਤੁਹਾਡੀ ਐਕਸੈਪਟ ਨਹੀਂ ਹੁੰਦੀਆਂ, ਤੁਹਾਡੀ ਆਪਣਾ ਵੱਡੀ ਜਿਹੜੀ ਕੰਪਨੀ ਹੈ ਤੁਹਾਨੂੰ ਲੋਡ ਨਹੀਂ ਦਿੰਦੇ, ਪਰ 2 ਸਾਲ ਜਦੋਂ ਤੁਸੀਂ ਡਿਸਪੈਚ ਕਿਸੇ ਨਾਲ ਕਨੈਕਟ ਹੋ ਕੇ ਲੱਗੇ ਹੋ, ਪਰ ਇਹ ਮਾਈਂਡ 'ਚ ਰੱਖੋ ਜਦੋਂ 2 ਸਾਲ ਪੂਰੇ ਹੋ ਜਾਣ ਤੇ ਤੁਹਾਡੇ ਕੰਪਨੀ ਦੀ ਵੈਲਿਊ ਬਣ ਜਾਏ, ਵਰਥ ਬਣ ਜਾਏ, ਉਹਦੇ ਬਾਅਦ ਤੁਸੀਂ ਆਪਣੀ ਡਿਸਪੈਚ ਨੂੰ ਆਪ ਕਰੋ ਜਾਂ ਆਪਣੇ ਕਿਸੇ ਫੈਮਿਲੀ ਮੈਂਬਰ ਨੂੰ ਮੇਕ ਸ਼ੋਰ ਕਰੋ ਇਨਵੋਲਵ ਨੇ। ਉਹਦੇ ਨਾਲ ਤੁਸੀਂ ਆਪਣੇ ਬਿਜ਼ਨਸ ਨੂੰ ਤੇ ਆਪਣੀ ਫੈਮਿਲੀ ਦੇ ਜਿਹੜੇ ਬਿਜ਼ਨਸ ਨੂੰ ਉਹ ਗਰੋ ਕਰ ਸਕਦੇ ਹੋ। ਫੋਰ ਬਿਲਕੁਲ ਐਗਜ਼ਾਮਪਲ, ਆਪਣੀ ਕੰਪਨੀ 'ਚ ਮੇਰੇ ਜਿੰਨੇ ਵੀ ਨਾਲ ਮੇਰੇ ਮੈਨੇਜਮੈਂਟ ਆ, ਉਹ ਸਾਰੇ ਮੇਰੇ ਫਰੈਂਡ ਨੇ, ਸਾਰੇ ਮੇਰੇ ਬਚਪਨ ਦੇ ਦੋਸਤ ਨੇ, ਜਾਂ ਮੇਰੇ ਘਰ ਵਾਲੇ ਨੇ, ਮੇਰੇ ਵਾਈਫ ਨੇ। ਉਹਨਾਂ ਦੇ ਬਿਨਾਂ ਤੁਸੀਂ ਬਿਜ਼ਨਸ ਚਲਾ ਸਕਦੇ। ਇਹ ਨਹੀਂ ਤੁਸੀਂ ਕਰ ਸਕਦੇ ਕਿ ਮੈਂ ਇਕੱਲਾ ਐਜ਼ ਅ ਡਰਾਈਵਰ ਤੇ ਕਾਮਯਾਬ ਹੋ ਸਕਦਾ, ਐਜ਼ ਅ ਬਿਜ਼ਨਸ ਮੈਂ ਕਦੀ ਕਾਮਯਾਬ ਨਹੀਂ ਹੋ ਸਕਦਾ। ਜੀ ਟੀਮ ਵਰਕ ਜ਼ਰੂਰੀ ਹੈ ਉਹਦੇ ਲਈ। ਜੀ, ਘਰ ਦਾ ਟੀਮ ਵਰਕ, ਮਤਲਬ ਸਭ ਦੇ ਫੋਕਸ ਸਾਂਝਾ ਹੋਣਾ ਚਾਹੀਦਾ। ਇਹ ਨਹੀਂ ਹੋਣਾ ਚਾਹੀਦਾ ਕਿ ਯਾਰ ਮੈਂ ਮੱਲੀ ਸਾਹਿਬ ਤੋਂ 2 ਪੈਸੇ ਜ਼ਿਆਦਾ ਬਣਾ ਲਾਂ ਤੇ ਮੈਂ ਬਾਅਦ ਚ ਕਿਸੇ ਹੋਰ ਕੰਪਨੀ 'ਚ ਕੰਮ ਕਰ ਲਾਂਗਾ। ਜਦੋਂ ਮੈਂ ਮੱਲੀ ਸਾਹਿਬ ਨਾਲ ਚੱਲਣਾ, ਜੇ ਮੇਰੇ ਫੈਮਿਲੀ ਟਰਮਸ ਹੈਗੇ, ਜੇ ਮੇਰੇ ਫੈਮਿਲੀ ਦਾ ਪਾਰਟ ਨੇ ਮੱਲੀ ਸਾਹਿਬ, ਫਿਰ ਚੰਗਾ ਹੈ ਮਾੜਾ ਆਪਾਂ ਇਕੱਠੇ ਹੀ ਆ। क्या बात है, क्या बात है, बहुत सोहने विचार। मैं सैयद साहब अगले सवाल वाल चलना है। एक कमेंट पूछ रहे ने कि भाई होने कि ट्रकों का बिजनेस है जिहड़ा वो ठप होया पिया, कामकार है नहीं, तुसीं फिर भी धड़ा ट्रक बेची जाण डे जे। हुण पता नहीं गल गुस्से ना पूछिए या चिंता ना पूछिए, की जवाब दोगे इहदा? ਜੀ ਇੱਕ ਇਹੀ ਗੱਲ ਪੁੱਛੀ ਜਾਂਦੀ ਹੈ। ਜਿਵੇਂ ਮੇਰੇ ਡੈਡੀ ਜੇ ਮੇਰੇ ਡੈਡੀ ਮੈਨੂੰ ਕਹਿੰਦੇ ਸੀ ਓਏ ਕੰਨ ਫੜ ਲਾ, ਤੇ ਕਦੀ ਕਦੀ अच्छा ਮਜ਼ਾਕ 'ਚ ਕਹਿੰਦੇ ਓਏ ਕੰਨ ਫੜ ਲਾ, ਤੇ ਦੋਨਾਂ ਦਾ ਬਹੁਤ ਇੰਪੈਕਟ ਹੁੰਦਾ। ਜਿਹੜਾ ਇਹ ਕੁਐਸਚਨ ਹੈ ਤੁਸੀਂ ਦੋਵੇਂ ਤਰੀਕੇ ਨਾਲ ਪੁੱਛ ਸਕਦੇ ਹੋ। जी मैं पढ़िया तो मैं दोवें तरीके दे नाल पुछ लिया, हुण इहदा असल तंद जिहड़ा तुसीं फड़ना है। ਜੀ ਬਿਲਕੁਲ। ਤੇ ਉਹ ਮਤਲਬ ਮੈਂ ਡੈਡੀ ਵਾਲੀ ਗੱਲ ਕਰਦਾ ਕਿ ਦੇਖੋ, ਹਰ ਕਿਸੇ ਨੂੰ ਹਰ ਟਾਈਮ ਦੇ ਸਿਚੁਏਸ਼ਨ ਡਿਫਰੈਂਟ ਹੁੰਦੀ ਹੈ। ਫੋਰ ਐਗਜ਼ਾਮਪਲ, जी ਹੁਣ ਮੇਰੀ ਸਿਚੁਏਸ਼ਨ ਹੈ, ਮੇਰੇ ਕੋਲ ਟਰੱਕ ਆ ਪਰ ਲੋਡ ਨਹੀਂ। ਪਰ ਇਦਾਂ ਦੇ ਵੀ ਲੋਕ ਹੁੰਦੇ ਨੇ ਜਿਨ੍ਹਾਂ ਦੇ ਟਰੱਕ ਜਿਹੜੇ ਨੇ ਉਹ ਬ੍ਰੇਕ ਡਾਊਨ ਹੋ ਗਏ, ਜਿਨ੍ਹਾਂ ਦੀ बिल्कुल ਟਰੱਕ ਦੀ ठीक। ਕੰਪਨੀ ਜੀ, ਜਿਨ੍ਹਾਂ ਦੀ ਕੰਪਨੀ ਜਿਹਨੇ ਟਰੱਕਾਂ ਦਾ ਜਿਹੜਾ ਪੂਰਾ ਟਾਈਮ ਹੋ ਗਿਆ, ਜਿਨ੍ਹਾਂ ਦੇ ਟਰੱਕ ਐਕਸੀਡੈਂਟ ਹੋ ਗਏ, ਜਾਂ ਕਈ ਕੰਪਨੀਆਂ ਇਸ ਤਰ੍ਹਾਂ ਨੇ ਉਹਨਾਂ ਦਾ ਸਿਚੁਏਸ਼ਨ ਹੈ ਉਹਨਾਂ ਨੇ 4 ਸਾਲ ਬਾਅਦ ਆਪਣੇ ਟਰੱਕ ਰਿਪਲੇਸ ਕਰਨੇ ਹੀ ਕਰਨੇ। हम्म। ਹੁਣ ਆਪਣੇ ਕਈ ਇਦਾਂ ਦੇ ਫਰੈਂਡ ਵੀ ਹੈਗੇ ਜਿਹੜੇ ਕਸਟਮਰ ਨੇ ਜਿਨ੍ਹਾਂ ਨੇ ਇੱਕ ਟਰੱਕ ਲਿਆ ਤੇ ਉਹ ਇਦਾਂ ਜੁੜ ਗਏ, ਜਿਵੇਂ Amazon ਨਾਲ ਜੁੜ ਗਏ ਜਾਂ ਕਿਸੇ ਹੋਰ ਕੰਪਨੀ ਨਾਲ ਜੁੜ ਗਏ, ਕਿ ਉਹਨਾਂ ਨੂੰ ਆਪਣੇ ਟਰੱਕ ਨੂੰ ਐਡੀਸ਼ਨ ਕਰਨਾ ਹੀ ਕਰਨਾ। ਉਹਨਾਂ ਨੂੰ ਵਧੀਆ ਮਿਲੇ ਜਾਂਦੇ ਨੇ ਡਰਾਈਵਰ, ਫੈਮਿਲੀ ਮੈਂਬਰ, ਫੌਜੀ ਲੋਕ ਮਿਲ ਜਾਂਦੇ ਨੇ। ਮੈਂ ਫੌਜੀ ਕਹਿੰਦਾ, ਜਿਹੜਾ ਡਰਾਈਵਰ ਬੇਸਿਕਲੀ ਫੌਜੀ ਹੁੰਦਾ, ਜਿਹੜਾ ਪੋਸਟ ਤੇ ਬੈਠਾ ਹੁੰਦਾ ਤੇ ਆਪਣੀ इदां ही ਪੂਰੀ ਜੀ, ਤੇ ਉਹ ਐਡ ਕਰੀ ਜਾ ਰਹੇ ਨੇ। ਹੁਣ ਜਿਵੇਂ ਅਸੀਂ ਇੰਟਰਨੈਸ਼ਨਲ ਦੀ ਡੀਲਾਂ ਲਾਈਆਂ ਨੇ, ਹੁਣ ਮੋਸਟਲੀ ਮਾਰਕੀਟ 'ਚ ਜਿਹੜੇ ਫਰੇਟ ਲਾਈਨਰ ਜਾਂ ਦੂਜੇ ਟਰੱਕ ਨੇ ਉਹ ਸ਼ਾਰਟ ਹੋ ਗਏ ਨੇ। ਮੈਂ ਉਹਨਾਂ ਦੀ ठीक ਗੱਲ है। ਕਰਦਾ ਜਿਹੜੇ ਕੁਆਲੀਫਾਈਡ ਟਰੱਕ ਨੇ, ਜਿਹੜੇ ਮਤਲਬ ਸਾਨੂੰ ਪਹਿਲਾਂ $10-15,000 ਸਸਤੇ ਮਿਲ ਜਾਂਦੇ ਸੀ, ਉਹ ਹੁਣ ਬਹੁਤ ਘੱਟ ਮਿਲ ਰਹੇ ਨੇ, ਔਰ ਸਪੈਸ਼ਲੀ ਕੁਆਲੀਫਾਈਡ ਟਰੱਕ ਘੱਟ ਮਿਲ ਰਹੇ ਨੇ। ਉਹਨਾਂ ਟਰੱਕਾਂ 'ਚ ਸ਼ਾਰਟੇਜ ਹੈਗੀ। ਜਿਹੜੇ ਮਤਲਬ ਬੈਂਕ ਦੇ ਚੱਕੇ ਟਰੱਕ ਨਹੀਂ ਹੈਗੇ, ਜਾਂ ਆਕਸ਼ਨ ਦੇ ਟਰੱਕ ਨਹੀਂ ਹੈਗੇ, ਜਾਂ ਰੈਂਟਲ ਦੇ ਟਰੱਕ ਨਹੀਂ ਹੈਗੇ। ਜਿਹੜੇ ਕੁਆਲੀਫਾਈਡ ਟਰੱਕ ਨੇ ਉਹਨਾਂ 'ਚ ਕਾਫੀ ਸ਼ਾਰਟੇਜ ਹੋ ਗਈ ਆ, ਤੇ ठीक है। ਉਹਦੇ ਰਿਪਲੇਸਮੈਂਟ ਕਰਕੇ ਸਾਡੇ ਇੰਟਰਨੈਸ਼ਨਲ ਟਰੱਕ ਜ਼ਿਆਦਾ ਵਿਕਣੇ ਸ਼ੁਰੂ ਹੋ ਗਏ, ਕਿਉਂਕਿ ਇਹਦੇ ਨਾਲ ਅਸੀਂ 골ਡ ਪੈਕੇਜ ਦੇ ਰਹੇ ਹਾਂ, ਸਾਲ ਦੀ ਵਾਰੰਟੀ ਦੇ ਰਹੇ ਹਾਂ, ਨਵੇਂ ਡਰਾਈਵ ਟਾਇਰ ਪਾ ਕੇ ਦੇ ਰਹੇ ਹਾਂ, ਐਨੂਅਲ ਇਨਸਪੈਕਸ਼ਨ ਕਰਕੇ ਦੇ ਰਹੇ ਹਾਂ, ਨਾਲ ਇੱਕ ਮੇਨਟੇਨੈਂਸ ਕਰਕੇ ਦੇ ਰਹੇ ਹਾਂ, 2 ਮੇਨਟੇਨੈਂਸ ਉਹਦੇ ਨਾਲ ਐਡਿਡ ਨੇ। ਤੇ ਜਦੋਂ ਤੁਸੀਂ ਵੈਲਿਊ ਆਫ ਮਨੀ ਦੇਖਦੇ ਹੋ, ਜਿਹੜਾ ਡਰਾਈਵਰ ਆ ਜਾਂ ਓਨਰ ਆਪਰੇਟਰ ਆ, ਉਹਨੇ ਟਰੱਕ ਲੈ ਕੇ ਸਾਡੇ ਤੋਂ, ਉਹਦੇ ਮਾਈਂਡ 'ਚ ਇਹ ਨਹੀਂ ਹੈਗਾ ਕਿ ਸਾਡੇ ਤੋਂ ਟਰੱਕ ਲਏਗਾ ਤੇ ਸਿੱਧਾ ਜਾ ਕੇ ਜਿਹੜਾ ਮਕੈਨਿਕ ਕੋਲ ਚਲ ਜਾਏਗਾ ਤੇ ਉਹਦੇ ਬਾਅਦ ਫਿਰ ਵਾਰੰਟੀਆਂ ਦੇ ਕੰਮ ਲੱਭਦਾ ਫਿਰੇਗਾ। ਉਹ ਚੀਜ਼ਾਂ ਸਾਰੀਆਂ ਅਸੀਂ ਆਬਸੋਲੀਟ ਕਰ ਦਿੱਤੀਆਂ ਨੇ। ਸਾਡਾ ਕੰਮ बिल्कुल ਆ ठीक। ਕਸਟਮਰ ਨੂੰ ਦਈਏ, ਕਸਟਮਰ
ਸਿਸਟਮ ਚਲਾਏ ਆਪਣਾ, ਪਹਿਲੇ ਦਿਨ ਤੋਂ ਲੋਡ ਚੱਕਣਾ, ਪਹਿਲੇ ਦਿਨ ਤੋਂ ਲੋਡ ਚੱਕ ਲੈ। ਜੇ ਗਾਡ ਫॉरबिड ਕੋਈ ਮਕੈਨੀਕਲ ਪ੍ਰੋਬਲਮ ਆ ਜਾਂਦੀ ਆ, ਉਹਦੇ ਕੋਲ ਵਾਰੰਟੀਆਂ ਦਾ ਪੂਰਾ ਨੈਟਵਰਕ ਆ। ਦੇਖੋ ਸਿੰਪਲ ਜੀ ਗਈ ਹੈ, ਤੁਸੀਂ ਜੇ ਸਾਡੇ ਤੋਂ ਟਰੱਕ ਲੈ ਰਹੇ ਹੋ, ਇਹਦਾ ਸਿੰਪਲ ਅੰਡਰਸਟੈਂਡਿੰਗ ਬਹੁਤ ਸਿੰਪਲ ਆ ਵਾਰੰਟੀ ਦੇ ਨਾਲ। ਮੈਂ ਕਹਿੰਦਾ ਮਲੀ ਸਾਹਿਬ ਤੁਸੀਂ ਟਰੱਕ ਲੈ ਲਓ, ਪਰ ਅਸੀਂ ਤੁਹਾਨੂੰ ਇੱਕ ਰਿਪੇਅਰ ਦਾ ਬੰਦਾ ਦੇ ਦਾਂਗੇ ਜਿਹੜਾ ਤੁਹਾਡੇ ਨਾਲ 24 ਆਵਰ ਟਰੈਵਲ ਕਰੇਗਾ। ਕੀ ਬਾਤ ਹੈ। ਤੁਸੀਂ ਕਹੋਗੇ ਇਹ ਕਿਦਾਂ ਹੋ ਸਕਦਾ? ਉਹ ਜਿਹੜਾ ਵਾਰੰਟੀ ਹੈ ਉਹ ਬੇਸਿਕਲੀ ਤੁਹਾਡੇ ਨਾਲ ਇੱਕ ਰਿਪੇਅਰ ਦਾ ਬੰਦਾ ਜਿਹੜਾ 24 ਆਵਰ ਤੁਹਾਡੇ ਨਾਲ ਟਰੈਵਲ ਕਰ ਰਿਹਾ। ਵਾਹ 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 ਵਾਹ। ਜਦੋਂ ਤੁਹਾਡਾ ਬ੍ਰੇਕਡਾਊਨ ਹੋਣਾ, ਉਹਨੇ ਟੋ ਕਰ ਦੇਣਾ ਟਰੱਕ। ਜਦੋਂ ਤੁਹਾਨੂੰ ਟਰੱਕ ਦੀ ਕੋਈ ਚੀਜ਼ ਠੀਕ ਕਰਾਣੀ ਹੈ, ਮਾੜੀ ਮੋਟੀ ਜਿਹੜੀ ਵਾਰੰਟੀ ਚ ਕਵਰ ਆ, ਲਵ ਸਪੀਡ ਕੋ ਤੇ ਕਵਰ ਹੋ ਜਾਂਦੀ। ਜੇ ਵੱਡੀ ਚੀਜ਼ ਕੋਈ ਜਿਹੜੀ ਆ ਵਾਰੰਟੀ ਚ ਕਵਰ ਆ, ਉਹ ਤੁਸੀਂ ਇੰਟਰਨੈਸ਼ਨਲ ਤੇ ਕਰਾ ਸਕਦੇ, ਤੇ ਤੁਹਾਡਾ ਤੇ ਬਾਹਰ ਬਹੁਤ ਜ਼ਿਆਦਾ ਰਹਿਣ ਦਾ ਕੱਟ ਹੋ ਗਿਆ। ਏਦਾਂ ਹੀ ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਅਸੀਂ ਫੈਸਿਲਿਟੇਟ ਕਰ ਰਹੇ ਹਾਂ ਆਪਣੇ ਕਸਟਮਰ ਨੂੰ। ਤੇ ਡੈਫੀਨਿਟਲੀ ਜਦੋਂ ਤੁਸੀਂ ਕਮੈਂਟ ਦੇਖਦੇ ਹੋ, ਉਹਦੇ ਚ ਪੋਜ਼ਿਟਿਵ ਚੀਜ਼ਾਂ ਵੀ ਨੇ ਤੇ ਥੋੜੀ ਜਿਹੀ ਉਹ ਚੀਜ਼ਾਂ ਵੀ ਜਿਹੜਾ ਲੋਕਾਂ ਨੇ ਲਰਨ ਨਹੀਂ ਕੀਤਾ। ਹੁਣ ਲੋਕੀ ਕਈ ਵਾਰੀ ਸੋਚਦੇ ਨੇ ਕਿ ਮੱਲੀ ਸਾਹਿਬ ਚੇਅਰ ਤੇ ਬੈਠੇ ਨੇ ਜਾਂ ਮੈਂ ਚੇਅਰ ਤੇ ਬੈਠਾ। ਉਹ ਭਾਈ ਸਾਡਾ ਬੈਕਗ੍ਰਾਉਂਡ ਦੀ ਸਟਰਗਲ ਵੀ ਤੇ ਦੇਖੋ। ਜਦੋਂ ਆਪਾਂ ਇਸ ਕੰਟਰੀ 'ਚ ਆਏ ਸੀ ਜਾਂ ਉਸ ਤੋਂ ਪਹਿਲਾਂ ਆਪਾਂ ਡਰਾਈਵਰ ਵੀ ਕੀਤੀ ਆ, ਆਪਾਂ ਟੈਕਸੀਆਂ ਵੀ ਚਲਾਈਆਂ, ਆਪਾਂ ਸਾਰੇ ਕੰਮ ਕਰਕੇ ਇਸ ਲੈਵਲ ਤੇ ਆਏ ਆ। ਬਟ ਔਨ ਦਾ ਅਦਰ ਸਾਈਡ, ਜੇ ਤੁਸੀਂ ਕਰ ਲੋਗੇ ਤੇ ਤੁਸੀਂ ਵੀ ਕਾਮਯਾਬ ਹੋ ਜਾਣਾ, ਨਹੀਂ ਕਰੋਗੇ ਤੇ ਫਿਰ ਇਦਾਂ ਹੀ ਹੈਗਾ ਕਿ ਟਾਈਮ ਤੁਹਾਡਾ ਵੀ ਲੰਘ ਜਾਣਾ, ਸਾਡਾ ਵੀ ਲੰਘ ਗਿਆ। ਤੇ ਪੋਜ਼ਿਟਿਵ ਲੱਗੇ ਤੇ ਚੰਗੀ ਗੱਲ ਆ। ਤੇ ਆਪਣੇ ਬੱਚਿਆਂ ਵਾਸਤੇ ਜ਼ੋਰ ਲਾਓ। ਬਾਕੀ ਕੰਮ ਤੇ ਸਭ ਨੇ ਕਰਨਾ। ਸਵੇਰ 8 ਵਜੇ ਤੋਂ ਲੈ ਕੇ 5 ਵਜੇ ਤੱਕ ਸਾਡੇ ਤੋਂ ਜ਼ਿਆਦਾ ਮਿਹਨਤ ਕਰਦੇ ਨੇ ਲੋਕ ਫੈਕਟਰੀ 'ਚ, ਸਾਡੇ ਤੋਂ ਡਬਲ ਮਿਹਨਤ ਕਰਦੇ ਨੇ। ਉਹਨਾਂ ਦਾ ਰਿਵਾਰਡ ਦੇਖ ਲਓ ਤੇ ਆਪਣਾ ਰਿਵਾਰਡ ਦੇਖ ਲਓ। ਸ਼ੁਕਰਾਨਾ ਕਰਨਾ ਚਾਹੀਦਾ ਹਰ ਹਾਲ 'ਚ। ਸ਼ਾਹ ਜੀ ਆਖਰ ਤੇ ਮੈਂ ਤੁਹਾਨੂੰ ਸਹੀ ਐਸਾ ਪੁੱਛਣਾ ਚਾਹਾਂਗਾ ਕਿ USA ਟਰੱਕ ਸੇਲਸ ਤੇ ਡੀਲਸ ਕੀ ਨੇ ਜਿਨ੍ਹਾਂ ਤੋਂ ਫਾਇਦਾ ਚੁੱਕੀਏ? ਜਿਵੇਂ ਮੈਂ ਤੁਹਾਨੂੰ ਐਕਸਪਲੇਨ ਕੀਤਾ ਕਿ ਜਿਹੜਾ ਸਾਡਾ 골ਡ ਪੈਕੇਜ ਆ, ਜਿਹੜਾ ਅਸੀਂ ਇੰਟਰਨੈਸ਼ਨਲ ਦੇ ਨਾਲ ਦੇ ਰਹੇ ਹਾਂ, ਉਹ ਤੇ ਅਨਬੀਟੇਬਲ ਆ। ਉਹਦੀ ਬਹੁਤ ਜ਼ਿਆਦਾ ਕਾਮਯਾਬੀ ਆ। ਹੁਣ ਉਹਦੇ ਚ ਕੀ ਹੁੰਦਾ, ਕਈ ਕਸਟਮਰ ਮੈਨੂੰ ਕਹਿੰਦੇ ਭਾਜੀ ਮੈਂ ਟਰੱਕ ਬਾਹਰੋਂ ਲੈ ਲਿਆ ਸੀ, ਕਿਉਂਕਿ ਅਸੀਂ ਲਿਆ ਤੇ ਇੰਟਰਨੈਸ਼ਨਲ ਹੈਗਾ, ਪਰ ਉਹ ਸਾਨੂੰ ਸਸਤਾ ਮਿਲਦਾ ਸੀ। ਮੈਂ ਕਿਹਾ ਭਾਈ ਸਸਤਾ, ਉਹਦੀ ਕੋਈ ਚੀਜ਼ ਸਸਤੀ ਹੁੰਦੀ ਉਹਦੀ ਰੀਜ਼ਨ ਹੁੰਦੀ ਹੈ। ਫੋਰ ਐਗਜ਼ਾਮਪਲ ਇੱਕ ਭਾਈ ਨੇ ਮੈਨੂੰ ਹੁਣ ਵੀਡੀਓ ਭੇਜੀ ਆਪਣੇ ਟਰੱਕ ਦੀ, ਕਹਿੰਦੇ ਮੈਂ ਵੇਚਣਾ ਚਾਹ ਰਿਹਾ। ਮੈਂ ਕਿਹਾ ਤੁਸੀਂ ਹੁਣੀ ਤੇ ਲਿਆ ਸੀ? ਕਹਿੰਦਾ ਭਾਜੀ ਤੁਹਾਡੀ ਗੱਲ ਤੇ ਅਸੀਂ ਇੱਕ ਟਰੱਕ ਲਿਆ, ਸਾਨੂੰ ਬਹੁਤ ਵਧੀਆ ਲੱਗਿਆ, ਅਸੀਂ ਦੂਜਾ ਬਾਹਰੋਂ ਲੈ ਲਿਆ ਸਸਤਾ ਕਰਕੇ, ਕੈਸ਼ ਤੇ ਚੱਕ ਲਿਆ ਸੀ। ਹੁਣ ਉਹ ਟਰੱਕ 15-20 ਹਜ਼ਾਰ ਡਾਲਰ ਉੱਤੇ ਲਵਾ ਚੁੱਕਿਆ ਹੈ, ਹੁਣ ਵੀ ਲੈਣ ਤੇ ਨਹੀਂ ਆ ਰਿਹਾ। ਮੈਂ ਕਿਹਾ ਭਾਈ ਜਦੋਂ ਤੁਸੀਂ ਆਕਸ਼ਨ ਦਾ ਜਾਂ ਤੁਸੀਂ ਬੈਂਕ ਦਾ ਚੱਕਿਆ ਲਓਗੇ ਟਰੱਕ, ਜਿਹਦੀ ਪਹਿਲੇ ਮੇਨਟੇਨੈਂਸ ਨਹੀਂ, ਉਹਦੇ ਤੇ ਪਹਿਲੇ ਸਾਹ ਘੁੱਟੇ ਨੇ, ਤੁਸੀਂ ਉਦੋਂ ਕੀ ਲਾਈਫ ਪਾ ਦੋਗੇ? ਏਦਾਂ ਹੀ ਇੱਕ ਟਰੱਕ ਜਿਹੜਾ ਹੈ ਉਹਦੀ ਮੇਨਟੇਨੈਂਸ ਟਾਈਮ ਤੇ ਨਹੀਂ ਹੋਈ, ਉਹਦਾ ਆਇਲ ਚੇਂਜ ਟਾਈਮ ਤੇ ਨਹੀਂ ਹੋਇਆ, ਉਹਦਾ ਫਿਊਲ ਫਿਲਟਰ ਟਾਈਮ ਤੇ ਚੇਂਜ ਨਹੀਂ ਹੋਏ, ਜਿਹਨੇ ਪੇਮੈਂਟ ਕਰਨ ਦੇ ਪੈਸੇ ਨਹੀਂ ਹੈਗੇ, ਉਹਨੇ ਕੀ ਮੇਨਟੇਨੈਂਸ ਕਰਨੀ ਟਰੱਕ ਤੇ? ਤੇ ਜਦੋਂ ਉਹਨੇ ਟਰੱਕ ਚਲਾ ਲਿਆ ਟਰੱਕ ਦਾ, ਉਹਦੇ ਬਾਅਦ ਅਸੀਂ ਜਿਹੜਾ ਕਰਦੇ ਹਾਂ, ਅਸੀਂ ਬਿਲਕੁਲ ਉਹਦੇ ਆਪੋਜ਼ਿਟ ਆ। ਅਸੀਂ ਉਹੀ ਟਰੱਕ ਲੈਂਦੇ ਆ ਜਿਨ੍ਹਾਂ ਦੀ ਮੇਨਟੇਨੈਂਸ ਪੂਰੇ ਰਿਕਾਰਡ ਹੋਣ। ਅਸੀਂ ਉਹੀ ਟਰੱਕ ਲੈਂਦੇ ਜਿਹੜੇ ਕੰਪਨੀ ਦੇ ਸਪਲਾਈ ਟਰੱਕ ਹੋਣ। ਅਸੀਂ ਸਾਰੇ ਰਿਟੇਲ ਟਰੱਕ ਨਾਲ ਵਾਰੰਟੀ ਦਿੰਦੇ ਆ। ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਜੇ ਤੁਸੀਂ ਇੰਗਲਿਸ਼ ਵਿੱਚ ਪੜ੍ਹਨਾ ਹੈ ਤੇ usatrucksales.com, ਜੇ ਪੰਜਾਬੀ ਚ ਪੜ੍ਹਨਾ ਹੈ ਤੇ punjabtrucksales.com, ਜੇ ਹਿੰਦੀ ਚ ਪੜ੍ਹਨਾ ਤੇ haryana-trucksales.com। ਨਹੀਂ ਤੇ ਸਾਨੂੰ ਕਾਲ ਲਾ ਲਓ 1833-698-7224। ਤੇ ਜਿਹੜਾ ਸਭ ਤੋਂ ਟਾਪ ਐਡਵਾਂਟੇਜ ਹੈ USA ਟਰੱਕ ਸੇਲ ਦਾ, ਅਸੀਂ ਹੁਣ ਵੀ ਫਾਈਨਾਂਸ ਕਰ ਰਹੇ ਹਾਂ ਨਵੇਂ ਓਨਰ ਆਪਰੇਟਰ ਨੂੰ। ਤੇ ਸਾਡਾ ਰੇਟ ਜਿਹੜਾ ਹੈ ਮਾਰਕੀਟ ਤੋਂ ਬਹੁਤ ਟਾਪ ਦਾ ਰੇਟ ਆ, ਕਿਉਂਕਿ ਸਾਡੇ ਨਾਲ ਟਾਪ ਦੇ ਬੈਂਕ ਜੁੜੇ ਨੇ ਤੇ ਜਿਨ੍ਹਾਂ ਦੀ ਆਲਰੇਡੀ ਫਾਈਨਾਂਸਿੰਗ ਚੱਲਦੀ ਆ, ਉਹਨਾਂ ਨੂੰ ਐਜ਼ ਲੋ ਐਜ਼ 0 ਡਾਊਨ ਤੇ ਵੀ ਦੇ ਰਹੇ ਆ। ਜਿਨ੍ਹਾਂ ਦੀ ਆਲਰੇਡੀ ਕਮਰਸ਼ੀਅਲ ਫਾਈਨਾਂਸ ਚੱਲਦੀ ਆ, ਫਸਟ ਟਾਈਮ ਬਾਇਰ ਵਾਸਤੇ ਨਹੀਂ, ਜਿਨ੍ਹਾਂ ਦੀ ਕਮਰਸ਼ੀਅਲ ਫਾਈਨਾਂਸ ਚੱਲਦੀ ਆ, ਲੀਜ਼ ਦੀ ਗੱਲ ਨਹੀਂ ਕਰਦਾ, ਉਹਨਾਂ ਨੂੰ ਅਸੀਂ ਹੁਣ ਵੀ 0 ਡਾਊਨ ਤੇ ਇਕਵਿਪਮੈਂਟ ਦੇ ਰਹੇ ਹਾਂ। ਕੀ ਬਾਤ ਹੈ, ਕੀ ਬਾਤ ਹੈ। ਸੈਯਦ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਕੁਝ ਟਾਈਮ ਕੱਢਿਆ, ਆਏ, ਸਾਡੇ ਨਾਲ ਸਾਂਝ ਬਣਾਈ। ਔਰ ਵੱਡੀ ਗੱਲ ਇਹ ਕਿ ਬਹੁਤ ਸਾਰੇ ਸਵਾਲ ਜਿਹੜੇ ਖਿਲਰੇ ਪਏ ਸਨ ਉਹਨਾਂ ਨੂੰ ਆਪਣੀ ਗੱਲਬਾਤ ਦੇ ਨਾਲ ਇਕੱਠਿਆਂ ਕੀਤਾ। ਬਹੁਤ ਧੰਨਵਾਦ ਆਪ ਜੀ ਦਾ। ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਇਹ ਸਨ ਜੀ ਸੈਯਦ ਸਾਹਿਬ USA ਟਰੱਕ ਸੇਲਸ ਤੋਂ। ਇਹਨਾਂ ਦੇ ਨਾਲ ਕੀਤੀ ਗਈ ਗੱਲਬਾਤ ਤੁਹਾਨੂੰ ਕੈਸੀ ਲੱਗੀ ਜ਼ਰੂਰ ਕਮੈਂਟਸ 'ਚ ਜਾ ਕੇ ਦੱਸਿਆ ਜੇ। ਔਰ ਆਪ ਸਭ ਦਾ ਵੀ ਬਹੁਤ ਧੰਨਵਾਦ ਕਿ ਤੁਸੀਂ ਪੰਜਾਬੀ ਰੇਡੀਓ USA ਔਰ USA ਟਰੱਕ ਸੇਲਸ ਦੇ ਪਲੇਟਫਾਰਮ ਤੇ ਇਸ ਪ੍ਰੋਗਰਾਮ ਰਾਹੀਂ ਜੁੜੇ ਰਹੇ। ਥੈਂਕ ਯੂ ਸੋ ਮਚ। ਫਿਰ ਮਿਲਾਂਗੇ। ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਰਿਆਂ ਦਾ